ਧੰਨ ਧੰਨ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦੇ ਪਾਵਨ ਪਵਿੱਤਰ ਸ਼ਲੋਕਾਂ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਜੀ ਸਾਨੂੰ ਜੀਵਾਂ ਨੂੰ ਸਮਝਾ ਰਹੇ ਨੇ ਕਿ ਭਾਈ ਉਹ ਪਰਮਪਿਤਾ ਪ੍ਰਮਾਤਮਾ ਨੂੰ ਲੱਭਣ ਵਾਸਤੇ ਸਾਨੂੰ ਕਿਤੇ ਵੀ ਬਾਹਰ ਜਾਣ ਦੀ ਲੋੜ ਨਹੀਂ ਜੀ। ਸਾਨੂੰ ਤੀਰਥ ਸਥਾਨਾਂ ਦੇ ਉੱਪਰ, ਜਿੱਥੇ ਸਾਰੀ ਦੁਨੀਆ ਪਰਮਾਤਮਾ ਨੂੰ ਤੀਰਥ ਸਥਾਨਾਂ ਤੇ ਲੱਭ ਰਹੀ ਹੈ, ਸਤਿਗੁਰ ਜੀ ਫਰਮਾਉਂਦੇ ਨੇ ਕਿ ਭਾਈ ਉਸ ਦੀ ਪ੍ਰਾਪਤੀ ਤਾਂ ਸਾਨੂੰ ਆਪਣੇ ਅੰਦਰੋਂ ਹੋਣੀ ਹੈ। ਕਾਬੇ ਔਰ ਕੈਲਾਸ਼ ਮੈਂ ਜੇ ਕੋ ਢੂੰਡਣ ਜਾਏ, ਰਵਿਦਾਸ ਪਿਆਰਾ RAM ਤੋ ਬੈਠੇ ਰਿਹਾ ਮਨ ਮਾਹੇ। ਸਤਿਗੁਰ ਰਵਿਦਾਸ ਮਹਾਰਾਜ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਜਿਸ ਪ੍ਰਮਾਤਮਾ ਨੂੰ ਕਾਬੇ ਤੇ ਕੈਲਾਸ਼ ਪਰਬਤ ਵਿਖੇ ਲੱਭਣ ਲਈ ਜਾਂਦਾ ਹੈ, ਜਿਸ ਪ੍ਰਮਾਤਮਾ ਨੂੰ ਤੂੰ ਬਾਹਰਲੀ ਦੁਨੀਆ ਦੇ ਵਿੱਚ ਲੱਭ ਰਿਹਾ ਆ, ਤੀਰਥ ਸਥਾਨਾਂ ਤੇ ਲੱਭ ਰਿਹਾ ਹੈ, ਸਤਿਗੁਰ ਜੀ ਫਰਮਾਉਂਦੇ ਹੋ ਪਿਆਰਾ ਪ੍ਰਭੂ ਤੇਰੇ ਮਨ ਰੂਪੀ ਮੰਦਰ ਦੇ ਵਿੱਚ ਮੌਜੂਦ ਹੈ। ਤੇ ਸਤਿਗੁਰ ਜੀ ਫਰਮਾਉਂਦੇ ਨੇ ਭਾਈ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰ, ਗੁਰੂ ਤੋਂ ਗੁਰਮੰਤਰ ਲੈ ਤੇ ਉਸ ਗੁਰਮੰਤਰ ਦੀ ਕਮਾਈ ਕਰ, ਹੱਥਾਂ ਨਾਲ ਕਿਰਤ ਕਰ ਤੇ ਉਸ ਪ੍ਰਮਾਤਮਾ ਦਾ ਸਿਮਰਨ ਕਰ। ਉਹ ਸਾਰੀ ਦੁਨੀਆ ਦਾ ਮਾਲਕ ਤੈਨੂੰ ਆਪਣੇ ਅੰਦਰੋਂ ਹੀ ਮਿਲ ਜਾਵੇਗਾ। ਸਭ ਕੁਝ ਘਰ ਮੈਂ ਬਾਹਰ ਨਹੀਂ, ਬਾਹਰ ਢੋਲੇ ਸੋ ਪਰਮ ਭੁਲਾਈ। ਕਾਬੇ ਔਰ ਕੈਲਾਸ਼ ਮੈਂ ਜੇ ਕੋ ਢੂੰਡਣ ਜਾਏ, ਰਵਿਦਾਸ ਪਿਆਰਾ RAM ਤੋ ਬੈਠ ਰਿਹਾ ਮਨ ਮਾਏ। ਬਾਹਰ ਖੋਜਤ ਕਾਫਿਰੈ ਘਟ ਭੀਤਰ ਹੀ ਖੋਜ, ਰਵਿਦਾਸ ਉਨ ਮਨ ਸਾਧ ਕਰ ਦੇਖੂੰ ਪਿਆ ਕੋ ਮੋਜ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਹੇ ਜੀਵ, ਤੂੰ ਪ੍ਰਭੂ ਨੂੰ ਬਾਹਰ ਕਿਉਂ ਖੋਜਦਾ ਫਿਰਦਾ ਹੈ? ਉਹ ਤਾਂ ਤੇਰੇ ਮਨ ਰੂਪੀ ਮੰਦਰ ਦੇ ਵਿੱਚ ਮੌਜੂਦ ਹੈ। ਇਸ ਲਈ ਉਸ ਪ੍ਰਭੂ ਦੀ ਤੂੰ ਆਪਣੇ ਅੰਦਰ ਹੀ ਖੋਜ ਕਰ। ਤੇ ਸਾਧ ਸੰਗਤ ਜੀ ਸਤਿਗੁਰ ਜੀ ਸਮਝਾਉਂਦੇ ਨੇ ਰਵਿਦਾਸ ਉਨ ਮਨ ਸਾਧ ਕਰ ਦੇਖ ਪਿਆ ਕੋ ਓਜ, ਕਿ ਭਾਈ ਜਦੋਂ ਤੂੰ ਆਪਣੇ ਅੰਦਰ ਝਾਤੀ ਮਾਰੇਗਾ, ਜਿਸ ਸਮੇਂ ਸਮਾਧੀ ਲਗਾ ਕੇ ਉਸ ਪ੍ਰਭੂ ਦੀ ਖੋਜ ਕਰੇਗਾ, ਤ੍ਰਿਕੁਟੀ ਦੇ ਵਿੱਚ ਜਾ ਕੇ ਈੜਾ ਪਿੰਗਲਾ ਸੁਖਮਨਾ ਨਾੜੀ ਜਾ ਮੈਂ ਚਿਤਨਾ ਤਰੈ, ਤੇ ਉਸ ਤ੍ਰਿਵੈਣੀ ਦੇ ਵਿੱਚ ਜਾ ਕੇ ਜਦੋਂ ਉਸ ਪਰਮ ਪਿਤਾ ਪ੍ਰਮਾਤਮਾ ਦਾ ਧਿਆਨ ਕਰੇਗਾ ਤਾਂ ਸਾਧ ਸੰਗਤ ਜੀ ਸਤਿਗੁਰ ਜੀ ਫਰਮਾਉਂਦੇ ਨੇ ਭਾਈ ਉਹ ਜੋ ਸਾਡੇ ਅੰਦਰ ਪ੍ਰਕਾਸ਼ ਹੈ ਉਸ ਦੇ ਦਰਸ਼ਨ ਹੋ ਜਾਣਗੇ। ਉਸ ਪਰਮ ਪਿਤਾ ਪ੍ਰਮਾਤਮਾ ਦੀ ਜੋ ਜੋਤ ਸਾਡੇ ਅੰਦਰ ਜਗ ਰਹੀ ਹੈ, ਉਸ ਦੇ ਦਰਸ਼ਨ ਦੀਦਾਰੇ ਹੋ ਜਾਂਦੇ ਨੇ। ਨਾਮ ਤੇਰੇ ਕੀ ਜੋਤ ਲਗਾਈ, ਪਇਓ ਜਿਆਰੋ ਪਵਨ ਸਗਲਾਰੇ। ਕਿ ਜਦੋਂ ਗੁਰੂ ਦੇ ਗਿਆਨ ਦੀ ਜੋਤ ਜਗਦੀ ਹੈ, ਜਦੋਂ ਪ੍ਰਮਾਤਮਾ ਦੇ ਗਿਆਨ ਦੀ ਜੋਤ ਜਗਦੀ ਹੈ, ਜੋ ਸਾਡੇ ਮਨ ਦੇ ਵਿੱਚ ਜਨਮਾਂ ਜਨਮਾਂਤਰਾਂ ਦਾ ਹਨੇਰਾ ਆ ਸਾਧ ਸੰਗਤ ਜੀ, ਉਹ ਦੂਰ ਹੋ ਜਾਂਦਾ ਹੈ। ਬਨ ਖੋਜੈ ਪਿਆ ਨਾ ਮਿਲੈ, ਬਨ ਮੈਂ ਪ੍ਰੀਤਮ ਨਾਹਿ, ਰਵਿਦਾਸ ਪਿਆ ਹੈ ਬਸ ਰਿਓ ਮਾਨਵ ਪ੍ਰੇਮ ਮਾਹਿ। ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਜੰਗਲਾਂ ਦੇ ਵਿੱਚ ਜਾ ਕੇ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਜੇ ਹੁੰਦੀ, ਕਿਉਂਕਿ ਉਹ ਪ੍ਰਮਾਤਮਾ ਜੰਗਲਾਂ ਦੇ ਵਿੱਚੋਂ ਨਹੀਂ ਜੇ ਮਿਲਦਾ। ਉਹ ਪ੍ਰਮਾਤਮਾ ਤਾਂ ਹਰ ਇਨਸਾਨ ਦੇ ਵਿੱਚ ਵਸ ਰਿਹਾ ਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਿ ਭਾਈ ਇੱਥੇ ਜਿੰਨੇ ਵੀ ਜੀਵ ਨੇ, ਹਰ ਜੀਵ ਦੇ ਵਿੱਚ ਪ੍ਰਮਾਤਮਾ ਬੈਠਾ ਆ। ਇਸ ਲਈ ਤੂੰ ਮਨੁੱਖਤਾ ਦੀ ਸੇਵਾ ਕਰ। ਇਸ ਲਈ ਜੀਵਾਂ ਨਾਲ ਪ੍ਰੇਮ ਕਰਨ ਨਾਲ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਸੱਚੇ ਸਾਧ ਸੰਗਤ ਜੀ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਅੱਜ ਬਖਸ਼ਿਸ਼ ਕਰ ਰਹੇ ਨੇ ਕਿ ਬਨ ਖੋਜੈ ਪਿਆ ਨਾ ਮਿਲੈ, ਬਨ ਮੈਂ ਪ੍ਰੀਤਮ ਨਾਹਿ। ਬਹੁਤ ਸਾਰੇ ਜੀਵ ਨੇ ਜੋ ਜੰਗਲਾਂ ਪਹਾੜਾਂ ਦੇ ਵਿੱਚ ਜਾ ਕੇ ਪ੍ਰਮਾਤਮਾ ਦੀ ਖੋਜ ਕਰਦੇ ਨੇ, ਪਰ ਸਤਿਗੁਰ ਜੀ ਫਰਮਾਉਂਦੇ ਨੇ ਕਿ ਭਾਈ ਉਹ ਪਰਮ ਪਿਤਾ ਪ੍ਰਮਾਤਮਾ ਜੰਗਲਾਂ ਦੇ ਵਿੱਚ ਨਹੀਂ, ਇਨਸਾਨ ਦੇ ਅੰਦਰ ਬਸਦਾ ਆ। ਸਭ ਮੇਂ ਹਰ ਹੈ, ਹਰ ਮੇਂ ਸਭ ਹੈ, ਹਰ ਆਪਣੋ ਜਿਨ ਜਾਨਾ। ਤੇ ਸਤਿਗੁਰੂ ਨਾਮਦੇਵ ਮਹਾਰਾਜ ਜੀ ਵੀ ਫਰਮਾਉਂਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਿ ਭਾਈ ਇਸ ਧਰਤੀ ਤੇ ਐਸਾ ਇੱਕ ਵੀ ਇਨਸਾਨ ਨਹੀਂ ਹੈ ਜਿਸ ਦੇ ਅੰਦਰ ਪ੍ਰਮਾਤਮਾ ਨਾ ਬੈਠਾ ਹੋਵੇ। ਹਰ ਜੀਵ ਦੇ ਵਿੱਚ ਉਸ ਪਰਮ ਪਿਤਾ ਪ੍ਰਮਾਤਮਾ ਦੀ ਜੋ ਜੋਤ ਆ ਉਹ ਜਗ ਰਹੀ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜੋ ਹੱਥਾਂ ਨਾਲ ਕਿਰਤ ਕਮਾਈਆਂ ਕਰਦਾ,
ਜੀਵਾ ਦੇ ਨਾਲ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰਦਾ ਆ, ਉਸ ਨੂੰ ਆਪਣੇ ਅੰਦਰੋਂ ਹੀ ਉਸ ਪਰਮ ਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਬਨ ਖੋਜਨ ਕਾ ਜਾਏ ਰਹਿ ਰਾਮ ਅਲੋਪਾ ਨਾਹੇ, ਸਰਵ ਵਿਆਪੀ ਰਾਮ ਤੋ ਰਵਿਦਾਸ ਸਬਨ ਕੇ ਮਾਹੇ। ਸਤਿਗੁਰ ਜੀ ਸਮਝਾਣਾ ਕਰਦੇ ਨੇ ਕਿ ਹੇ ਜੀਵ, ਜੰਗਲ ਵਿੱਚ ਪ੍ਰਭੂ ਨੂੰ ਲੱਭਣ ਕਿਉਂ ਜਾਂਦੇ ਹੋ? ਉਹ ਪ੍ਰਭੂ ਕੇਵਲ ਜੰਗਲ ਦੇ ਵਿੱਚ ਲੋਪ ਨਹੀਂ ਜੇ ਹੋਇਆ। ਪ੍ਰਭੂ ਸਰਵ ਵਿਆਪਕ ਹੈ, ਉਹ ਤਾਂ ਘਟ ਘਟ ਦੇ ਵਿੱਚ ਵਿਰਾਜਮਾਨ ਹੈ। ਬਨ ਖੋਜਨ ਕਾ ਜਾਏ ਰੇ ਰਾਮ ਅਲੋਪਾ ਨਾਏ, ਸਰਵ ਵਿਆਪੀ ਰਾਮ ਤੋ ਰਵਿਦਾਸ ਸਬਨ ਕੇ ਮਾਏ। ਰਾਗੋ ਕ੍ਰਿਸ਼ਨ ਕਰੀਮ ਹਰ ਰਾਮ ਰਹੀਮ ਖੁਦਾਈ, ਰਵਿਦਾਸ ਮੁਰੈ ਮਨ ਬਸਿਓ ਕਾ ਖੋਜੂ ਬਨ ਜਾਏ। ਸਤਿਗੁਰ ਜੀ ਸਮਝਾਣਾ ਕਰਦੇ ਨੇ ਕਿ ਉਸ ਪਰਮ ਪਿਤਾ ਪ੍ਰਮਾਤਮਾ ਨੇ ਬੜੇ ਨਾਮ ਨੇ ਸਾਧ ਸੰਗਤ ਜੀ। ਜੀਵਾਂ ਨੇ ਉਸ ਪਰਮ ਪਿਤਾ ਪ੍ਰਮਾਤਮਾ ਨੂੰ ਅਲੱਗ-ਅਲੱਗ ਨਾਵਾਂ ਦੇ ਨਾਮ ਨਾਲ ਪੁਕਾਰਿਆ ਆ। ਕੋਈ ਪ੍ਰਮਾਤਮਾ ਨੂੰ ਰਾਘਵ ਕਹਿੰਦਾ ਹੈ, ਕਰੀਮ, ਰਹੀਮ, ਕ੍ਰਿਸ਼ਨ, ਰਾਮ, ਖੁਦਾ। ਜੀਵ ਅਨੇਕਾਂ ਨਾਵਾਂ ਨਾਲ ਉਸ ਪ੍ਰਮਾਤਮਾ ਨੂੰ ਪੁਕਾਰਦਾ ਆ। ਪਰ ਸਰਵ ਵਿਆਪੀ ਪ੍ਰਭੂ ਮੇਰੇ ਮਨ ਦੇ ਵਿੱਚ ਵਸਦਾ ਆ, ਤੇ ਪ੍ਰਮਾਤਮਾ ਨੂੰ ਜੰਗਲਾਂ ਦੇ ਵਿੱਚ ਜਾ ਕੇ ਖੋਜਣ ਦੀ ਲੋੜ ਨਹੀਂ ਹੈ। ਉਸ ਪਰਮ ਪਿਤਾ ਪ੍ਰਮਾਤਮਾ ਦੀ ਖੋਜ ਸਾਧ ਸੰਗਤ ਦੀ ਸਤਿਗੁਰ ਜੀ ਫਰਮਾਉਂਦੇ, ਭਾਈ ਆਪਣੇ ਅੰਦਰੋਂ ਹੀ ਕਰਨੀ ਚਾਹੀਦੀ ਹੈ। ਮਾਨਵਤਾ ਦੇ ਨਾਲ ਪ੍ਰੇਮ, ਸਾਚੀ ਪ੍ਰੀਤ ਹਮ ਤੁਮਸਿਓ ਜੋਰੀ, ਤੁਮਸਿਓ ਜੋਰ ਅਵਰ ਸੰਗ ਤੋਰੀ। ਕਿ ਭਾਈ ਜਦੋਂ ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਨਾਲੋਂ ਅਸੀਂ ਪ੍ਰੀਤੀ ਤੋੜ ਲੈਂਦੇ ਆ, ਸਤਿਗੁਰ ਜੀ ਫਰਮਾਉਂਦੇ, ਭਾਈ ਉਹ ਪਰਮ ਪਿਤਾ ਪ੍ਰਮਾਤਮਾ ਦੀ ਜੋ ਪ੍ਰਾਪਤੀ ਹੈ ਉਹ ਸਾਨੂੰ ਆਪਣੇ ਅੰਦਰੋਂ ਹੀ ਹੋ ਜਾਂਦੀ ਹੈ। ਓਂਕਾਰ ਹੈ ਸਤਨਾਮ ਆਦ ਜੁਗਾਦ ਸਭ ਸਾਤ, ਰਵਿਦਾਸ ਸਤ ਕੈ ਸਮ ਹੈ, ਟਿਕਵੈ ਨਹੀਂ ਅਸਤ। ਸਤਿਗੁਰੂ ਰਵਿਦਾਸ ਮਹਾਰਾਜ ਜੀ ਪਾਵਨ ਪਵਿੱਤਰ ਫਰਮਾਨ ਕਰ ਰਹੇ ਨੇ ਕਿ ਇੱਕ ਪ੍ਰਮਾਤਮਾ ਦਾ ਨਾਮ ਹੀ ਸਤਨਾਮ ਹੈ, ਜੋ ਆਦ ਤੋਂ ਲੈ ਕੇ ਜੁਗਾ ਜੁਗਾਂਤਰਾਂ ਤੋਂ ਹੈ, ਤੇ ਉਹ ਸਤ ਹੀ ਹੈ। ਉਸ ਸਤ ਪ੍ਰਭੂ ਦੇ ਸਾਹਮਣੇ ਅਸਤ ਨਹੀਂ ਜੇ ਟਿਕ ਸਕਦਾ। ਭਾਵ ਉਸ ਸਤ ਪ੍ਰਮਾਤਮਾ ਦੇ ਨਾਮ ਅੱਗੇ ਇਹ ਝੂਠ ਮਾਇਆ ਦਾ ਪਸਾਰਾ, ਅਡੰਬਰਾਂ ਪਖੰਡਾਂ ਦਾ ਜੋ ਪਸਾਰਾ ਹੈ ਸਾਧ ਸੰਗਤ ਜੀ, ਇਹ ਟਿਕ ਨਹੀਂ ਜੇ ਸਕਦਾ। ਰਵਿਦਾਸ ਸਤ ਕੈ ਸਮ ਹੈ, ਟਿਕਵੈ ਨਹੀਂ ਅਸਤ। ਕਿ ਪਾਈਏ ਇੱਕ ਸੰਸਾਰ ਦੀ ਬਹੁਤ ਵੱਡੀ ਸੱਚਾਈ ਹੈ ਕਿ ਸੱਚ ਦੇ ਸਾਹਮਣੇ ਝੂਠ ਜ਼ਿਆਦਾ ਦੇਰ ਨਹੀਂ ਜੇ ਖੜ ਸਕਦਾ। ਕੁਝ ਕੁ ਸਮੇਂ ਲਈ ਝੂਠ ਨੂੰ ਵੀ ਇਹ ਅਭਿਮਾਨ ਹੋ ਜਾਂਦਾ ਹੈ ਕਿ ਮੈਂ ਸੱਚ ਤੇ ਕਾਬੂ ਪਾ ਲਿਆ ਹੈ। ਪਰ ਸਤਿਗੁਰ ਜੀ ਫਰਮਾਉਂਦੇ, ਭਾਈ ਸੱਚ ਕੁਝ ਦੇਰ ਰਹਿ ਸਕਦਾ ਹੈ ਪਰ ਹਮੇਸ਼ਾ ਦੇ ਲਈ ਨਹੀਂ। ਜੋ ਲੋ ਘਟ ਮੈਂ ਪ੍ਰਾਣ ਹੈ, ਤੋ ਲੋ ਜਪਿਓ ਸਤਨਾਮ, ਰਵਿਦਾਸ ਪਰਮ ਪਦ ਪਾਈਐ, ਜਿਨ ਘਟ ਬਸਿਓ ਰਾਮ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਹੇ ਜੀਵ, ਜਦ ਤੱਕ ਤੇਰੇ ਸਰੀਰ ਦੇ ਵਿੱਚ ਪ੍ਰਾਣ ਹਨ ਤਦ ਤੱਕ ਤੂੰ ਸਤਨਾਮ ਦਾ ਜਾਪ ਕਰ, ਹੱਥਾਂ ਨਾਲ ਕਿਰਤ ਕਮਾਈਆਂ ਕਰ, ਮਨੁੱਖਤਾ ਦੀ ਸੇਵਾ ਕਰ, ਤੇ ਜੀਵਾਂ ਦੇ ਨਾਲ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਤਨਾਮ ਸਤਨਾਮ ਜਾਪ ਕਰਦਾ ਰਹਿ। ਉਹ ਸਾਰੀ ਦੁਨੀਆ ਦਾ ਮਾਲਕ ਤੈਨੂੰ ਆਪਣੇ ਅੰਦਰੋਂ ਹੀ ਮਿਲ ਜਾਵੇਗਾ। ਜੋ ਲੋ ਘਟ ਮੈਂ ਪ੍ਰਾਣ ਹੈ, ਤੋਲੋ ਜਪਿਓ ਸਤਨਾਮ, ਰਵਿਦਾਸ ਪਰਮ ਪਦ ਪਾਈਐ, ਜਿਨ ਘਟ ਬਸਿਓ ਰਾਮ। ਤੇ ਭਾਈ ਜਿਨ੍ਹਾਂ ਨੇ ਆਪਣੇ ਅੰਦਰੋਂ ਖੋਜ ਕਰ ਲਈ ਹੈ, ਉਹ ਪਰਮ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਨੇ। ਸਤ ਈਸ਼ ਕਹੁ ਰੂਪ ਹੈ, ਤਾ ਸਤ ਸਖਤ ਅਤ ਅਪਾਰ, ਰਵਿਦਾਸ ਸਤ ਕੋ ਤਾਰਣਾ, ਦੇਹੀ ਪਾਪ ਨਿਵਾਰ। ਸਾਧ ਸੰਗਤ ਜੀ ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਸਤ ਤਾਂ ਪ੍ਰਭੂ ਦਾ ਹੀ ਰੂਪ ਹੈ ਅਤੇ ਸਤ ਦੀ ਅਨੰਤ ਸ਼ਕਤੀ ਹੈ। ਸਤ ਨੂੰ ਧਾਰਨ ਕਰਨ ਨਾਲ ਸਭ ਪਾਪਾਂ ਦਾ ਨਾਸ਼ ਹੋ ਜਾਂਦਾ। ਜਦੋਂ ਅਸੀਂ ਸੱਚ ਦੇ ਨਾਲ ਜੁੜਦੇ ਹਾਂ, ਜਦੋਂ ਅਸੀਂ ਸੱਚ ਦੀ ਕਮਾਈਆਂ ਕਰਦੇ ਹਾਂ, ਅੰਦਰ ਜਿੰਨੇ ਵੀ ਵਹਿਮ ਭਰਮ ਪਖੰਡ ਅਡੰਬਰ ਨੇ ਸਾਧ ਸੰਗਤ ਜੀ, ਪਾਪ ਨੇ, ਉਹ ਸਭ ਨਾਸ਼ ਹੋ ਜਾਂਦੇ ਨੇ। ਸਤ ਸਖਤ ਸੋ ਹੋਤ ਹੈ, ਸਭ ਪਾਪਨ ਕਾ ਨਾਸ਼, ਬਦਰਾ ਸਤ ਸੋ ਬੋਧ ਲੈ, ਸਤ ਪਾਖੈ ਰਵਿਦਾਸ। ਸਤਿਗੁਰ ਜੀ ਫਰਮਾਉਂਦੇ ਨੇ, ਭਾਈ ਸਤ ਇੱਕ ਮਹਾਨ ਸ਼ਕਤੀ ਹੈ
ਜੋ ਸਭ ਪਾਪਾਂ ਨੂੰ ਨਾਸ਼ ਕਰ ਦਿੰਦੀ ਹੈ। हे ਪ੍ਰਭੂ ਨੂੰ ਭੁੱਲੇ ਹੋਏ ਬਹਿਰੇ ਜੀਵ, ਤੂੰ ਸੱਚ ਦੀ ਪਹਿਚਾਣ ਕਰ, ਉਸ ਪ੍ਰਮਾਤਮਾ ਨਾਲ ਜੁੜ ਅਤੇ ਗਿਆਨ ਪ੍ਰਾਪਤ ਕਰ। ਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਮੈਂ ਸੱਚ ਕਹਿੰਦਾ ਹਾਂ, ਸਤ ਸਕਤ ਸੋ ਹੋਤ ਹੈ ਸਭ ਪਾਪਨ ਕਾ ਨਾਸ। ਕਿ ਭਾਈ ਜੋ ਸੱਚ ਦੇ ਮਾਰਗ ਤੇ ਚੱਲ ਪੈਂਦਾ ਆ, ਉਸ ਦੇ ਕੀਤੇ ਹੋਏ ਮਾੜੇ ਕਰਮਾਂ ਦਾ ਨਾਸ਼ ਹੋ ਜਾਂਦਾ ਹੈ। ਬਦਰਾ ਸਤ ਸੋ ਬੋਧ ਲੈ, ਸਤ ਭਾਖਿਆ ਰਵਿਦਾਸ। ਇਸ ਲਈ ਭਾਈ ਤੂੰ ਗੁਰੂ ਦਾ ਗਿਆਨ ਪ੍ਰਾਪਤ ਕਰ, ਸੱਚ ਦੇ ਨਾਲ ਜੁੜ। ਰਵਿਦਾਸ ਸਤ ਇੱਕ ਨਾਮ ਹੈ, ਆਦ ਅੰਤ ਸਚ ਨਾਮ। ਹਨਨ ਕਰੇ ਸਭ ਪਾਪ ਤਾਪ, ਸਤ ਸੂਕਨ ਕਰ ਖਾਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਸਤ ਪ੍ਰਭੂ ਦਾ ਇੱਕ ਨਾਮ ਹੈ। ਇਹ ਆਦ ਤੋਂ ਅੰਤ ਤੱਕ ਸਤਨਾਮ ਹੈ। ਇਹ ਜੀਵਾਂ ਦੇ ਸਾਰੇ ਪਾਪਾਂ ਨੂੰ, ਤਿੰਨੇ ਪਾਪਾਂ ਨੂੰ ਨਸ਼ਟ ਕਰ ਦਿੰਦਾ ਆ ਤੇ ਸੁੱਖਾਂ ਦੀ ਖਾਨ ਹੈ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਧ ਸੰਗਤ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਭਾਈ ਪ੍ਰਮਾਤਮਾ ਦੇ ਨਾਮ ਤੋਂ ਉੱਪਰ ਕੁਝ ਵੀ ਨਹੀਂ ਹੈ। ਜੋ ਸੋਹਣ ਸਤਨਾਮ ਦਾ ਜਾਪ ਕਰਦਾ ਹੈ ਸਾਧ ਸੰਗਤ ਜੀ, ਉਸ ਨੂੰ ਡੰਬਰਾ ਪਖੰਡਾਂ ਦੇ ਵਿੱਚ ਪੈਣ ਦੀ ਲੋੜ ਨਹੀਂ ਜੇ ਪੈਂਦੀ। ਸਤਿਗੁਰਾਂ ਦਾ ਫਰਮਾਨ ਹੈ, ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ। ਕਿ ਭਾਈ ਉਸ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਜਿੰਨੇ ਵੀ ਅਸੀਂ ਧਰਮ ਦੇ ਨਾਮ ਤੇ ਡੰਬਰ ਪਖੰਡ ਕਰਦੇ ਆ, ਉਹ ਸਭ ਵਹਿਮ ਭਰਮ ਹੈ, ਭਰਮ ਹੈ, ਝੂਠੇ ਨੇ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਹਰ 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 ਹਰੈ। ਹਰ ਸਿਮਰਤ ਜਨ ਗਏ ਨਿਸਤਰ ਤਰੈ, ਹਰ ਕੇ ਨਾਮ ਕਬੀਰ ਉਜਾਗਰ। ਜਨਮ ਜਨਮ ਕੇ ਕਾਟੇ ਕਾਗਰ, ਨਿਮਤ ਨਾਮ ਦੇਵ ਦੂਧ ਪਿਆਇਆ। ਤੋ ਜਗ ਜਨਮ ਸੰਕਟ ਨਹੀਂ ਆਇਆ। ਉਸ ਪਰਮ ਪਿਤਾ ਪ੍ਰਮਾਤਮਾ ਦਾ ਨਾਮ ਜਪ ਕੇ, ਸੋਹਣ ਸਤਨਾਮ ਹਰ ਹਰ ਦਾ ਨਾਮ ਜਪ ਕੇ, ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ, ਸਤਿਗੁਰ ਨਾਮਦੇਵ ਮਹਾਰਾਜ ਜੀ ਆਪ ਇਸ ਭਵ ਸਾਗਰ ਤੋਂ ਤਰੇ ਤੇ ਅਨੇਕਾਂ ਜੀਵਾਂ ਨੂੰ ਸਾਧ ਸੰਗਤ ਜੀ ਇਸ ਭਵ ਸਾਗਰ ਤੋਂ ਪਾਰ ਕੀਤਾ ਤੇ ਅੱਜ ਵੀ ਕਰ ਰਹੇ ਨੇ। ਰਵਿਦਾਸ ਸਤ ਇੱਕ ਨਾਮ ਹੈ, ਆਦ ਅੰਤ ਸਚ ਨਾਮ। ਹਨਨ ਕਰੇ ਸਭ ਪਾਪ ਤਾਪ, ਸਤ ਸੂਕਨ ਕਰ ਖਾਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਨੇ ਕਿ ਸਤ ਪ੍ਰਭੂ ਦਾ ਇੱਕ ਨਾਮ ਹੈ। ਇਹ ਆਦ ਤੋਂ ਅੰਤ ਤੱਕ ਸਤਨਾਮ ਹੈ। ਇਹ ਜੀਵਾਂ ਦੇ ਸਾਰੇ ਪਾਪਾਂ ਨੂੰ ਨਸ਼ਟ ਕਰ ਦਿੰਦਾ ਆ ਤੇ ਸਾਧ ਸੰਗਤ ਜੀ ਸੁੱਖਾਂ ਦੀ ਖਾਨ ਹੈ। ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਦੇਨ ਬਸ ਜਾਕੈ, ਚਾਰ ਪਦਾਰਥ ਅਸ਼ਟ ਦਸਾ ਸਿਧ। ਤੇ ਸਾਧ ਸੰਗਤ ਜੀ ਉਸ ਪਰਮ ਪਿਤਾ ਪ੍ਰਮਾਤਮਾ ਦੇ ਜਾਪ ਦੇ ਵਿੱਚ, ਨਾਮ ਦੇ ਵਿੱਚ ਸੰਸਾਰ ਦੇ ਸਾਰੇ ਸੁੱਖ ਨੇ। ਜਿਨ ਨਰ ਸਤ ਤਿਆਗਿਆ, ਤਿਨ ਜੀਵਨ ਮਿਰਤ ਸਮਾਨ। ਰਵਿਦਾਸ ਸੋਈ ਜੀਵਨ ਭਲਾ, ਜਹ ਸਭ ਸਤ ਪ੍ਰਦਾਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਜਿਸ ਜੀਵ ਨੇ ਸੱਚ ਨੂੰ ਤਿਆਗ ਦਿੱਤਾ ਆ, ਜੋ ਝੂਠ ਦੀਆਂ ਕਮਾਈਆਂ ਕਰਦਾ ਹੈ, ਬੇਈਮਾਨ ਹੈ, ਸਤਿਗੁਰੂ ਜੀ ਫਰਮਾਉਂਦੇ ਭਾਈ ਉਹ ਜਿਉਂਦੇ ਜੀ ਹੀ ਮਰਿਆ ਹੋਇਆਂ ਦੇ ਸਮਾਨ ਹੈ। ਉਹ ਜੀਵ ਦਾ ਜੀਵਨ ਹੀ ਸ੍ਰੇਸ਼ਟ ਹੈ ਜੋ ਸੱਚ ਦੇ ਮਾਰਗ ਤੇ ਚੱਲਦਾ ਆ, ਜਿਹੜਾ ਸਭ ਪਾਸੇ ਸੱਤ ਨੂੰ ਪ੍ਰਮੁੱਖ ਮੰਨਦਾ ਹੋਇਆ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ। ਤੇ ਸਾਧ ਸੰਗਤ ਜੀ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਜੋ ਝੂਠਾ ਹੈ, ਬੇਈਮਾਨ ਹੈ, ਝੂਠ ਦੇ ਰਸਤੇ ਤੇ ਚੱਲਦਾ ਹੈ, ਜਿਸ ਦੇ ਅੰਦਰ ਕੂੜ ਪਸਾਰਾ ਹੈ, ਦਵੈਸ਼ ਹੈ, ਸਤਿਗੁਰੂ ਜੀ ਫਰਮਾਉਂਦੇ ਭਾਈ ਐਸਾ ਜੋ ਜੀਵ ਹੈ ਜੋ ਝੂਠ ਦੇ ਮਾਰਗ ਤੇ ਚੱਲ ਰਿਹਾ ਹੈ, ਉਹ ਜਿੰਦਾ ਹੋਇਆ ਵੀ ਮਰਿਆ ਹੋਇਆ ਹੈ। ਰਵਿਦਾਸ ਸਤ ਮਤ ਤਿਆਗੀ ਹੈ, ਜੋ ਲੋ ਘਟ ਮੈਂ ਪ੍ਰਾਣ। ਸਤ ਪ੍ਰਿਸ਼ਟ ਕਰ ਜਗਤ ਮੈਂ, ਸਦਾ ਹੋਤ ਅਪਮਾਨ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਹੇ ਜੀਵ, ਜਦ ਤੱਕ ਸਰੀਰ ਦੇ ਵਿੱਚ ਪ੍ਰਾਣ ਨੇ ਉਹਨਾਂ ਚਿਰ ਸਤ ਨਹੀਂ ਜੇ ਤਿਆਗਣਾ ਚਾਹੀਦਾ। ਸਤ ਨੂੰ ਤਿਆਗਣ ਵਾਲੇ ਜੀਵ ਦਾ ਹਮੇਸ਼ਾ ਹੀ ਸੰਸਾਰ ਦੇ ਵਿੱਚ ਅਪਮਾਨ ਹੁੰਦਾ ਹੈ। ਕਾਇਮ ਦਾਇਮ ਰਾਮ ਏਕ, ਦੋਇਮ ਸਤ ਈਮਾਨ। ਰਵਿਦਾਸ ਰਾਮ ਔਰ ਸਤ ਬਿਨ, ਬਿਰਥਾ ਸਭ ਕੁਛ ਜਾਨ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾਉਣਾ ਕਰ ਰਹੇ ਨੇ ਕਿ ਭਾਈ ਇੱਕ ਪ੍ਰਭੂ ਹੀ ਹਮੇਸ਼ਾ ਰਹਿਣ ਵਾਲਾ ਹੈ, ਦੂਸਰਾ ਸੱਚਾਈ ਅਤੇ ਈਮਾਨ ਹੈ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਪ੍ਰਭੂ ਅਤੇ ਸੱਚਾਈ ਤੋਂ ਬਿਨਾਂ ਸਭ ਕੁਝ ਵਿਅਰਥ ਹੈ। ਅਗਰ ਸਭ ਤੋਂ ਵੱਡਾ ਕੋਈ ਹੈ, ਸਤਿਗੁਰੂ ਜੀ ਫਰਮਾਉਂਦੇ ਉਹ ਸੱਚ ਹੈ, ਪਰਮ ਪਿਤਾ ਪ੍ਰਮਾਤਮਾ ਜੋ ਸਾਡੇ ਅੰਦਰ ਬੈਠਾ ਹੈ, ਹਰ ਜੀਵ ਦੇ ਵਿੱਚ ਬੈਠਾ ਹੈ। ਰਵਿਦਾਸ ਸਤ ਕਰ ਆਸਰੈ,
सदा सत सुख पाए। सत ईमान कै छाड़िए जग जाए तो जाए। सतगुरु रविदास महाराज जी समझा रहे ने कि भाई सच्चे प्रभु दे सहारे जीव हमेशा सच्चा सुख पांदा है। साध संगत जी जो सच दे मार्ग ते चलदा आ, जो सच दी कमाईयां करदा, सतगुरु जी फरमांदे भाई उन्हों ही परम सुख मिलदा है। जीव नूं सच्चा ईमान नहीं छड्डना चाहिदा। भावें संसार दे सारे जीव उस दे नाल नाराज हो जाण, भाव संसार भावें सारा नाराज हो जावे, पर इस जीव नूं साध संगत जी सतगुरु जी फरमांदे ने भाई सच दा साथ जो आ वो नहीं जे छड्डना चाहिदा। ते सच है साध संगत जी जिन्ने भी साडे संत महापुरुष होए ने, गुरु होए ने, सच दा मार्ग चुनिया, सच दे मार्ग ते चले, जीवां नूं सच दे मार्ग ते तोरिया। ਤਾਂ ਸਾਧ ਸੰਗਤ ਜੀ ਅਨੇਕਾਂ ਕਸ਼ਟ ਚੱਲੇ, ਜੇਲਾਂ ਦੇ ਵਿੱਚ ਜਾਣਾ ਪਿਆ, ਸੂਲੀ ਦੇ ਉੱਪਰ ਟੰਗ ਦਿੱਤਾ ਗਿਆ, ਕੁਰਬਾਨੀਆਂ ਦੇਣੀਆਂ ਪਈਆਂ, ਸ਼ਹੀਦੀਆਂ ਪਾਣੀਆਂ ਪਈਆਂ। ਤੇ ਇੱਕ ਜੀਵਨ ਦੀ ਬਹੁਤ ਵੱਡੀ ਸੱਚਾਈ ਹੈ ਕਿ ਜੋ ਸੱਚ ਦੇ ਮਾਰਗ ਤੇ ਚੱਲਦਾ ਆ ਉਸ ਨੂੰ ਕਸ਼ਟ ਜ਼ਰੂਰ ਆਉਂਦੇ ਨੇ। ਤੇ ਸਾਧ ਸੰਗਤ ਜੀ ਬਹੁਤ ਸਾਰੇ ਜੀਵ ਜਦੋਂ ਕਸ਼ਟ ਆਉਂਦੇ ਨੇ ਸੱਚ ਦਾ ਜੋ ਮਾਰਗ ਹੈ ਉਹ ਛੱਡ ਦਿੰਦੇ ਨੇ। पर सतगुरु जी फरमाते ने भाई रविदास सत कर आसरै सदा सत सुख पाए। सत ईमान कै छाड़िए जग जाए तो जाए। कि भाई भावें सारा जो संसार है वह नाराज हो जाए, पर सानू कदे भी सत जो साथ है ना साध संगत जी वो नहीं जे छड़ना चाहिए। रविदास सत मत छाड़िए जो लो घट में प्राण। दूसर को धर्म नहीं जग में सत समान। धन धन जगत गुरु सतगुरु रविदास महाराज जी समझा रहे ने कि भाई जीव नूं सच दा कदे भी त्याग नहीं जे करना चाहिए। जिन्ना चिर जीव दे अंदर प्राण ने, सच तो बिना संसार दे विच कोई भी दूसरा धर्म नहीं है जो सच दे समान होवे। ते साध संगत जी ये भी एक बहुत वड्डी सच्चाई है कि जित हमेशा सच दी ही हुंदी है। भावें लेट होवे पर सच जरूर जितदा आ। इस लई सतगुरु जी फरमांदे भाई जो सच दे मार्ग ते चलदा है संसार उस नूं याद करदा है। जो सच दे मार्ग ते चलदा है परमात्मा दे दरबार दे विच उसे दा ही मान सन्मान हुंदा आ। इस लई सतगुरु जी सानूं समझा रहे ने कि भाई सच दे बराबर कोई दूजा धर्म है ही नहीं। दूसर कोई धर्म नहीं जग में सत समान। अंत करण अनुभव करे तो मन है सब सात। रविदास निज अनुभव में सत में जाने सत। सतगुरु रविदास महाराज जी फरमा रहे ने कि भाई जदों जीव अपने अंतःकरण विच परमात्मा दा अनुभव करता है तां मनुख नूं परम सत ज्ञान की प्राप्ति हुंदी है। जदों वो अपने अंदर त्रिवैणी दे विच जा के उस परम पिता परमात्मा दे दर्शन दीदारे करता है साध संगत जी, फिर उसनूं परम पिता परमात्मा दे ज्ञान की प्राप्ति हुंदी है। वो प्रकाश जो परम पिता परमात्मा दा साडे अंदर जग रहा है साध संगत जी, जो साडे अंदर वो परम पिता परमात्मा बैठा है उसके दर्शन दीदारे हुंदे ने। फिर जीव उस निज प्रभु दे अनुभव नाल ही सत विच जो परम शक्ति है उसनूं जान लैंदा, फिर कदे सत नहीं जे छड्डदा। जह अंध विश्वास है सत परख तै नाहि। रविदास सत सोई जानिए जो अनुभव होए मन माहि। सतगुरु रविदास महाराज जी समझा रहे ने कि भाई जिथे अंध विश्वास होवे ना उत्थे फिर सच की परख नहीं जी हुंदी। अंध विश्वासी लोग सच की परख नहीं जे कर सकते। धन धन जगत गुरु सतगुरु रविदास महाराज जी फरमांदे ने भाई जो लोग वहमां भरमां अडंबरां पखंडां दे विच फसे होए ने, नशियां दे विच, जुए बेईमानियां ठगियां दे विच फसे होए ने, वो सच दी परख नहीं जे कर सकदे। साध संगत जी जिस दा रस्ता ही झूठ दा होवे, जो अंध विश्वास दे विच फसिया होवे, सतगुरु जी फरमांदे भाई उस नूं सच दी परख हो ही नहीं जे सकदी। जह अंध विश्वास है सत परख तै नाहि। ते सतगुरु जी फरमांदे ने कि भाई सच दी परख तां जदों कोई सानू सच्चा गुरु मिलदा आ ते उस गुरु ने जो सानू गुरु मंत्र दिता है सोंग सतनाम दा, जदों उस दी असीं कमाई करदे हां सच दे मार्ग ते चल के, ईमानदारी दी रोटी कमा के, ऐसा इंसान ही है जो सच नू अनुभव कर सकता है। रविदास सत सोई जानिए जो अनुभव होए मन माहि।
ਜੋ ਨਰ ਸਤ ਨ ਪਾਖਈ ਔਰ ਕਰੈ ਵਿਸ਼ਵਾਸ ਘਾਤ, ਤਿਨਹੂ ਸੋ ਕਬਹੂ ਭੂਲੈ ਰਵਿਦਾਸ ਨ ਕੀਜੈ ਬਾਤ। ਸਤਿਗੁਰ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਜੋ ਜੀਵ ਸੱਚ ਨਹੀਂ ਜੇ ਬੋਲਦਾ, ਝੂਠ ਬੋਲਦਾ ਹੈ, ਦੂਸਰਿਆਂ ਨਾਲ ਵਿਸ਼ਵਾਸਘਾਤ ਕਰਦਾ ਹੈ, ਐਸੇ ਜੀਵ ਨਾਲ ਤਾਂ ਸਾਨੂੰ ਕਦੇ ਭੁੱਲ ਕੇ ਵੀ ਨਹੀਂ ਜੇ ਬੋਲਣਾ ਚਾਹੀਦਾ। ਜੋ ਨਰ ਸਤ ਨ ਭਾਖਈ ਕਰੈ ਵਿਸ਼ਵਾਸ ਘਾਤ, ਤਿਨਹੂ ਸੋ ਕਬੂ ਭੂਲੈ ਰਵਿਦਾਸ ਨ ਕੀਜੈ ਬਾਤ। ਕਿ ਭਾਈ ਉਹਨਾਂ ਲੋਕਾਂ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਜੋ ਸੱਚ ਦੇ ਮਾਰਗ ਤੇ ਚੱਲਦੇ ਨੇ, ਜੋ ਸੱਚ ਦੀ ਕਮਾਈਆਂ ਕਰਦੇ ਨੇ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀਰਾ, ਕਿ ਭਾਈ ਸਾਨੂੰ ਸਤਸੰਗ ਦੇ ਨਾਲ ਜੁੜਨਾ ਚਾਹੀਦਾ, ਸੱਚ ਦੇ ਨਾਲ, ਤੇ ਇਸ ਤਰ੍ਹਾਂ ਜੁੜਨਾ ਚਾਹੀਦਾ ਜਿਵੇਂ ਮਧੂਮੱਖੀਆਂ ਆਪਸ ਦੇ ਵਿੱਚ ਜੁੜ ਕੇ ਰਹਿੰਦੀਆਂ ਨੇ। ਪਰ ਜੋ ਇਨਸਾਨ ਵਿਸ਼ਵਾਸਘਾਤੀ ਨੇ, ਸਾਨੂੰ ਉਹਨਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤਿ ਆਵੈ, ਜੋ ਨਾਹੀ ਤਾ ਸਿਰ ਸਿਟਮੈ ਸੋ ਹੋਏ ਨਾਹੀ। ਰਵਿਦਾਸ ਈਸ਼ਟ ਸਰਵਤ ਹੈ ਰਹਿ ਸ੍ਰਿਸ਼ਟੀ ਮਾਹੀ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾਉਣਾ ਕਰ ਰਹੇ ਨੇ ਕਿ ਭਾਈ ਜੇਕਰ ਪ੍ਰਭੂ ਸ੍ਰਿਸ਼ਟੀ ਦੇ ਆਰੰਭ ਵਿੱਚ ਨਹੀਂ ਸੀ ਤਾਂ ਉਸ ਦੀ ਹੋਂਦ ਹੁਣ ਵੀ ਨਹੀਂ ਹੈ, ਪਰ ਉਹ ਸਭ ਦਾ ਇਸ਼ਟ ਪ੍ਰਭੂ ਸ੍ਰਿਸ਼ਟੀ ਦੇ ਆਦ ਵਿੱਚ ਵੀ ਸੀ ਸਾਧ ਸੰਗਤ ਜੀ, ਅਤੇ ਅੱਗੇ ਵੀ ਰਹੇਗਾ, ਹੁਣ ਵੀ ਹੈ, ਅੱਗੇ ਵੀ ਰਹੇਗਾ। ਭਾਵ ਉਹ ਸ੍ਰਿਸ਼ਟੀ ਵਿੱਚ ਹਮੇਸ਼ਾ ਵਿਰਾਜਮਾਨ ਹੈ। ਰਵਿਦਾਸ ਮਧੁਰਾ ਕਾ ਪੀਜੀਐ, ਜੋ ਚੜੇ ਚੜੇ ਉਤਰਾਏ, ਨਾਮ ਮਹਾਰਸ ਪੀਜੀਐ, ਜੋ ਚੜੇ ਨਹੀਂ ਉਤਰਾਏ। ਸਤਿਗੁਰ ਜੀ ਸਮਝਾ ਰਹੇ ਨੇ, ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ, ਕਿ ਭਾਈ ਝੂਠੇ ਨਸ਼ਿਆਂ ਨੂੰ ਤਿਆਗ ਦੇਣਾ ਚਾਹੀਦਾ ਆ। ਇਹ ਜੋ ਸ਼ਰਾਬ ਵਰਗੇ ਨਸ਼ੇ ਨੇ ਨਾ ਸਾਧ ਸੰਗਤ ਜੀ, ਜਿਸ ਨੂੰ ਪੀ ਕੇ ਇਨਸਾਨ ਦੀ ਹੋਸ਼ ਨਹੀਂ ਜੇ ਰਹਿੰਦੀ, ਜਿਸ ਨੇ ਲੱਖਾਂ ਘਰ ਉਜਾੜੇ ਨੇ, ਬੱਚਿਆਂ ਦਾ ਜੋ ਭਵਿੱਖ ਹੈ ਉਹ ਖਰਾਬ ਕੀਤਾ ਹੈ। ਤੇ ਸਤਿਗੁਰ ਜੀ ਸਮਝਾਉਂਦੇ ਨੇ, ਹੇ ਜੀਵੋ ਸ਼ਰਾਬ ਦਾ ਕੀ ਪੀਣਾ, ਜਿਸ ਦੇ ਵਾਰ-ਵਾਰ ਪੀਣ ਨਾਲ ਨਸ਼ਾ ਚੜ ਕੇ ਉਤਰ ਜਾਂਦਾ ਆ। ਤੇ ਇਨਸਾਨ ਨੂੰ ਜੋ ਸਾਧ ਸੰਗਤ ਜੀ ਆਪਣੀ ਹੋਸ਼ ਨਹੀਂ ਜੇ ਰਹਿੰਦੀ, ਕੋਈ ਕਰਮ ਕਰ ਬੈਠਦਾ ਹੈ ਨਸ਼ੇ ਦੇ ਵਿੱਚ, ਤੇ ਜਿਸ ਤੇ ਵਾਰ-ਵਾਰ ਪੀਣ ਨਾਲ ਨਸ਼ਾ ਚੜ ਕੇ ਉਤਰ ਜਾਂਦਾ, ਸਤਿਗੁਰੂ ਜੀ ਫਰਮਾਉਂਦੇ ਭਾਈ ਉਸ ਨਸ਼ਾ ਕਰਨਾ ਹੀ ਹੈ ਤਾਂ ਉਸ ਪ੍ਰਮਾਤਮਾ ਦੇ ਨਾਮ ਦਾ ਨਸ਼ਾ ਕਰੀਏ। ਜੋ ਇੱਕ ਵਾਰੀ ਚੜ ਜਾਂਦਾ ਹੈ ਸਾਧ ਸੰਗਤ ਜੀ, ਫਿਰ ਕਦੇ ਉਤਰਦਾ ਨਹੀਂ ਹੈ। ਰਵਿਦਾਸ ਮਧੁਰਾ ਕਾ ਪੀਜੀਐ, ਜੋ ਚੜੇ ਚੜੇ ਉਤਰਾਏ, ਨਾਮ ਮਹਾਰਸ ਪੀਜੀਐ, ਜੋ ਚੜੇ ਨਹੀਂ ਉਤਰਾਏ। ਅੰਤਰਮੁਖੀ ਪਈ ਜੋ ਕਰੈ ਸਤਨਾਮ ਕਰ ਜਾਪ, ਰਵਿਦਾਸ ਤੀਨੋ ਸੋ ਭਜੋ ਭਾਗੈ ਤੀਨੋ ਤਾਪ। ਸਤਿਗੁਰ ਜੀ ਫਰਮਾਉਂਦੇ ਨੇ, ਭਾਈ ਜੋ ਜੀਵ ਅੰਤਰਮੁਖੀ ਹੋ ਕੇ ਆਪਣੇ ਮਨ ਅੰਦਰ ਸਤਨਾਮ ਦਾ ਜਾਪ ਕਰਦਾ ਆ, ਉਸ ਕੋਲੋਂ ਸੰਸਾਰ ਦੇ ਤਿੰਨੋਂ ਤਾਪ ਆਦ ਵਿਆਦ ਦੇ ਬਾਅਦ ਚਲੇ ਜਾਂਦੇ ਨੇ। ਈੜਾ ਪਿੰਗਲਾ ਸੁਖਮਨਾ ਬਿਦ ਚੱਕਰ ਪ੍ਰਾਣਾਯਾਮ, ਰਵਿਦਾਸ ਹੋ ਸਭ ਛਾੜਿਓ ਜਬ ਪਾਇਓ ਸਤਨਾਮ। ਸਤਿਗੁਰ ਜੀ ਬਖਸ਼ਿਸ਼ ਕਰਨੇ ਨੇ ਕਿ ਭਾਈ ਜਿਹੜਾ ਜੀਵ ਈੜਾ ਪਿੰਗਲਾ ਸੁਖਮਨਾ ਨਾੜੀਆਂ ਪ੍ਰਾਣਾਯਾਮ ਦੁਆਰਾ ਵਿਧੀ ਚੱਕਰਾਂ ਦੇ ਫੇਰ ਨੂੰ ਛੱਡ ਕੇ ਸਤਨਾਮ ਦਾ ਸਿਮਰਨ ਕਰਦਾ ਆ, ਤੇ ਸਾਧ ਸੰਗਤ ਜੀ ਜਦੋਂ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ, ਉਦੋਂ ਫਿਰ ਸਾਨੂੰ ਇਹ ਕਰਮ ਕਾਂਡ ਕਰਨ ਦੀ ਕੋਈ ਲੋੜ ਨਹੀਂ ਜੇ ਪੈਂਦੀ। ਜਿਵੇਂ ਸਾਧ ਸੰਗਤ ਜੀ ਸਤਿਗੁਰ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਮੱਖਣ ਪ੍ਰਾਪਤੀ ਦੇ ਲਈ ਪਹਿਲਾਂ ਦੁੱਧ ਨੂੰ ਜਾਗ ਲਾਇਆ ਜਾਂਦਾ, ਫਿਰ ਉਸ ਨੂੰ ਰਿੜਕਿਆ ਜਾਂਦਾ, ਪਰ ਜਦੋਂ ਮੱਖਣ ਪ੍ਰਾਪਤ ਹੋ ਜਾਂਦਾ ਸਾਧ ਸੰਗਤ ਜੀ ਉਹ ਕਿਰਿਆ ਛੱਡ ਦਿੱਤੀ ਜਾਂਦੀ ਹੈ। ਐਸੇ ਤਰ੍ਹਾਂ ਜਿਹੜਾ ਇੱਕ ਜਿਗਿਆਸੂ ਇਨਸਾਨ ਹੈ, ਅਨੇਕਾਂ ਤਰ੍ਹਾਂ ਦੇ ਕਰਮ ਕਰਦਾ ਉਸ ਪਰਮਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਲਈ, ਪਰ ਜਦੋਂ ਉਸ ਨੂੰ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਧ ਸੰਗਤ ਜੀ, ਸਾਰੇ ਕਰਮ ਉਸ ਪ੍ਰਮਾਤਮਾ ਨੂੰ ਪ੍ਰਾਪਤ ਲਈ ਜਿਹੜਾ ਕਰ ਰਿਹਾ ਸੀ ਉਹ ਛੱਡ ਦਿੰਦਾ ਹੈ। ਇੱਕ ਚਿੰਤਾ ਸਤਨਾਮ ਕੀ ਦਰਸਾਏ ਪਰਮ ਤਾਤ, ਸਹਿਜ ਪਰਮ ਭਗਤ ਪਈ ਰਵਿਦਾਸ ਪਾਏ ਬ੍ਰਹਮ ਸਤ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਮੈਨੂੰ ਚਿੰਤਾ ਕੇਵਲ ਸਤਨਾਮ ਦੇ ਸਿਮਰਨ ਦੀ ਹੈ, ਸਿਰਫ ਸੱਚ ਦੇ ਮਾਰਗ ਦੀ, ਜੋ ਪਰਮ ਤਤ ਪ੍ਰਭੂ ਨਾਲ ਮਿਲਾਉਂਦੀ ਹੈ। ਤੇ ਐਸੀ ਸਹਿਜ ਅਵਸਥਾ ਰੂਪੀ ਭਗਤੀ ਨੂੰ ਪ੍ਰਾਪਤ ਕਰਕੇ ਮੈਨੂੰ ਪਾਰ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ। ਰਵਿਦਾਸ ਅਰਾਧੂ ਦੇਵ ਕੋ ਇਕ ਮਨ ਹੋਏ ਤਰ ਧਿਆਨ,
ਆ ਜਪਾ ਜਾਪ ਜਪਤ ਰਹੋ ਸਤਨਾਮ ਸਤਨਾਮ। ਸਤਿਗੁਰੂ ਜੀ ਫਰਮਾ ਰਹੇ ਨੇ ਕਿ ਹੇ ਜੀ ਪ੍ਰਮਾਤਮਾ ਦੀ ਹੀ ਆਰਾਧਨਾ ਕਰੋ। ਉਸ ਪ੍ਰਮਾਤਮਾ ਨੂੰ ਇੱਕ ਚਿੱਤ ਹੋ ਕੇ ਆਪਣੇ ਅੰਦਰੋਂ ਧਿਆਨ ਰੱਖੋ, ਧਿਆਨ ਟਿਕਾਓ ਆਪਣੇ ਅੰਦਰ। ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਉਹ ਪ੍ਰਮਾਤਮਾ ਜੋ ਸਾਡੇ ਅੰਦਰ ਬੈਠਾ ਆ, ਤੇ ਇਕਾਗਰ ਚਿੱਤ ਹੋ ਕੇ ਉਸ ਪਰਮਪਿਤਾ ਪ੍ਰਮਾਤਮਾ ਨੂੰ ਯਾਦ ਕਰੀਏ, ਉਸ ਦਾ ਧਿਆਨ ਰੱਖੀਏ। ਉਸ ਪ੍ਰਮਾਤਮਾ ਦੇ ਸਤਨਾਮ ਦਾ ਸਿਮਰਨ ਜਾਪ ਕਰਨ ਨਾਲ ਤੇਰੇ ਅੰਦਰ ਅਜੱਪਾ ਜਾਓ। ਤੇ ਸਾਧ ਸੰਗਤ ਜੀ ਸੱਚ ਹੈ, ਜਦੋਂ ਅਸੀਂ ਉਸ ਪਰਮਪਿਤਾ ਪ੍ਰਮਾਤਮਾ ਦਾ ਅੰਦਰ ਧਿਆਨ ਟਿਕਾ ਕੇ ਅੰਦਰੋਂ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਿਮਰਨ ਕਰਦੇ ਹਾਂ, ਫਿਰ ਉਹ ਸਿਮਰਨ ਐਸਾ ਚੱਲਦਾ ਹੈ ਕਿ ਜੀਭਾ ਭਾਵੇਂ ਨਾ ਵੀ ਚੱਲਦੀ ਹੋਵੇ, ਉਹ ਆਪਣੇ ਅੰਦਰ ਹੀ ਸਿਮਰਨ ਚੱਲਦਾ ਰਹਿੰਦਾ ਹੈ। ਇਹ ਅਜੱਪਾ ਜਾਪ ਭਾਵ ਸਤਨਾਮ ਦਾ ਜਾਪ ਜਿਹੜੀ ਧੁਨ ਹੈ ਉਹ ਹਮੇਸ਼ਾ ਚੱਲਦੀ ਹੀ ਰਹਿੰਦੀ ਹੈ। ਰਵਿਦਾਸ ਅਰਾਧੂ ਦੇਵ ਕੋ ਇਕ ਮਨ ਹੋਏ ਤਰ ਧਿਆਨ, ਅਜੱਪਾ ਜਾਪ ਜਪਤ ਰਹੋ ਸਤਨਾਮ ਸਤਨਾਮ। ਜਾ ਦੇਖਿਆ ਘਿਨ ਉਪਜੈ ਨਰਕ ਕੁੰਡ ਮੈਂ ਵਾਸ, ਪ੍ਰਭ ਭਗਤੋ ਭਗਤ ਸੋ ਉਦਰੈ ਪ੍ਰਗਟਤ ਜਨ ਰਵਿਦਾਸ। ਸਤਿਗੁਰੂ ਜੀ ਸਮਝਾਣਾ ਕਰਦੇ ਨੇ ਕਿ ਭਾਈ ਜਿਸ ਜੀਵ ਦੇ ਖੋਟੇ ਕਰਮਾਂ ਨੂੰ ਕੇਵਲ ਦੇਖਣ ਨਾਲ ਹੀ ਨਫ਼ਰਤ ਪੈਦਾ ਹੁੰਦੀ ਹੈ, ਉਸ ਜੀਵ ਦਾ ਨਰਕ ਕੁੰਡ ਦੇ ਵਿੱਚ ਨਿਵਾਸ ਹੁੰਦਾ ਆ। ਪਰ ਸਾਧ ਸੰਗਤ ਜੀ ਜੇਕਰ ਐਸੇ ਖੋਟੇ ਕਰਮ ਵਾਲਾ ਪੁਰਸ਼ ਪ੍ਰਮਾਤਮਾ ਦੀ ਭਗਤੀ ਕਰ ਲਵੇ, ਸੱਚ ਦਾ ਮਾਰਗ ਚੁਣ ਲਵੇ, ਆਪਣੇ ਅੰਦਰ ਪਛਤਾਵਾ ਲੈ ਕੇ ਉਸ ਪ੍ਰਮਾਤਮਾ ਨੂੰ ਯਾਦ ਕਰੇ, ਸਤਿਗੁਰਾਂ ਕੋਲ ਆਵੇ, ਤਾਂ ਸਤਿਗੁਰੂ ਜੀ ਫਰਮਾਉਂਦੇ ਭਾਈ ਉਹ ਪਰਮ ਪਿਤਾ ਪ੍ਰਮਾਤਮਾ ਬਖਸ਼ ਲੈਂਦਾ ਹੈ। ਜੋ ਪੇ ਹਮਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ। ਤੇ ਪ੍ਰੇਮਾ ਭਗਤੀ ਕਰਨ ਦੇ ਨਾਲ, ਸੱਚ ਦੇ ਮਾਰਗ ਤੇ ਚੱਲਣ ਦੇ ਨਾਲ, ਇਨਸਾਨੀਅਤ ਦੀ ਸੇਵਾ ਦੇ ਨਾਲ ਸਾਧ ਸੰਗਤ ਜੀ ਜੋ ਕੀਤੇ ਹੋਏ ਕਰਮ ਨੇ, ਖੋਟੇ ਕਰਮ ਨੇ, ਉਹਨਾਂ ਦਾ ਨਾਸ਼ ਹੁੰਦਾ ਹੈ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਉਹ ਪ੍ਰਭੂ ਪ੍ਰੇਮੀ ਸੰਸਾਰ ਦੇ ਵਿੱਚ ਉਜਾਗਰ ਹੋ ਜਾਂਦਾ ਹੈ। ਜਾ ਦੇਖਿਆ ਗਿਨ ਉਪਜੈ ਨਰਕ ਕੁੰਡ ਮੈਂ ਵਾਸ, ਪ੍ਰਭੂ ਭਗਤੀ ਸੋ ਉਦਰੈ ਪ੍ਰਗਟ ਜਨ ਰਵਿਦਾਸ। ਕਿ ਜੋ ਵੱਡੇ ਵੱਡੇ ਪਾਪੀ ਨੇ ਨਾ ਸਾਧ ਸੰਗਤ ਜੀ, ਜਦੋਂ ਗੁਰੂਆਂ ਦੀ ਸ਼ਰਨ ਦੇ ਵਿੱਚ ਆਉਂਦੇ ਨੇ, ਕੀਤੇ ਹੋਏ ਕਰਮਾਂ ਦੇ ਉੱਪਰ ਮਨ ਦੇ ਵਿੱਚ ਪਛਤਾਵਾ ਲੈ ਕੇ ਆਉਂਦੇ ਨੇ। ਪਰ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਭਾਈ ਪਛਤਾਵਾ ਹੋਵੇ ਸੱਚਾ, ਕਿਉਂਕਿ ਸਤਿਗੁਰਾਂ ਦੇ ਦਰਬਾਰ ਦੇ ਵਿੱਚ, ਉਸ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਚੁਸਤ ਚਲਾਕੀਆਂ ਨੇ ਜਾਂ ਉਹ ਨਹੀਂ ਜੇ ਚੱਲਦੀਆਂ। ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਜਮਪੁਰੀ ਜਾਹਿੰਗੇ ਸਤ ਪਾਖੈ ਰਵਿਦਾਸ। ਸਤਿਗੁਰੂ ਜੀ ਸਮਝਾ ਰਹੇ ਨੇ ਕਿ ਭਾਈ ਜੋ ਜੀਵ ਆਪਣੇ ਅੰਦਰ ਬੈਠੇ ਹੀਰੇ ਵਰਗੇ ਪ੍ਰਮਾਤਮਾ ਨੂੰ ਛੱਡ ਕੇ ਇੱਧਰ ਉੱਧਰ ਭਟਕ ਰਹੇ ਨੇ, ਸਤਿਗੁਰੂ ਜੀ ਫਰਮਾਉਂਦੇ ਭਾਈ ਐਸੇ ਜੀਵ ਨੇ ਨਾ ਉਹ ਨਰਕਾਂ ਦੇ ਭਾਗੀ ਬਣਦੇ ਨੇ। ਉਹ ਸਾਰੀ ਦੁਨੀਆ ਦਾ ਮਾਲਕ ਸਾਡੇ ਅੰਦਰ ਬੈਠਾ ਆ, ਤੇ ਸਾਧ ਸੰਗਤ ਜੀ ਅਸੀਂ ਉਸ ਨੂੰ ਕਦੇ ਇਸ ਦਰ ਤੇ ਕਦੇ ਉਸ ਦਰ ਤੇ ਲੱਭ ਰਹੇ ਹਾਂ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਐਸੇ ਜੋ ਜੀਵ ਨੇ ਉਹ ਨਰਕਾਂ ਦੇ ਭਾਗੀ ਬਣਦੇ ਨੇ। ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਜਮਪੁਰੀ ਜਾਏਂਗੇ ਸਤ ਪਾਖੈ ਰਵਿਦਾਸ। ਕਿ ਭਾਈ ਉਹ ਸਾਰੀ ਦੁਨੀਆ ਦਾ ਮਾਲਕ ਸਾਡੇ ਅੰਦਰ ਬੈਠਾ ਆ। ਤੇ ਸਾਧ ਸੰਗਤ ਜੀ ਜਦੋਂ ਅਸੀਂ ਉਸ ਨੂੰ ਛੱਡ ਕੇ ਇੱਧਰ ਉੱਧਰ ਭਟਕਣਾ ਕਰਦੇ ਹਾਂ, ਤੀਰਥ ਸਥਾਨਾਂ ਦੇ ਉੱਪਰ, ਧਾਰਮਿਕ ਸਥਾਨਾਂ ਦੇ ਉੱਪਰ ਉਸ ਪ੍ਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਸਤਿਗੁਰੂ ਜੀ ਫਰਮਾਉਂਦੇ ਭਾਈ ਐਸੇ ਜੀਵ ਵਹਿਮ ਭਰਮ ਦੇ ਵਿੱਚ ਨੇ। ਸਾਧ ਸੰਗਤ ਜੀ ਧਾਰਮਿਕ ਸਥਾਨਾਂ ਤੇ ਜਾ ਕੇ ਸਾਨੂੰ ਰਸਤਾ ਦਿਖ ਸਕਦਾ ਹੈ, ਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਧਾਰਮਿਕ ਸਥਾਨਾਂ ਤੇ ਸਾਨੂੰ ਗੁਰੂਆਂ ਦੇ ਦਰਸ਼ਨ ਹੋ ਸਕਦੇ ਨੇ, ਜੋ ਸਾਨੂੰ ਅਗਵਾਈ ਕਰਦੇ ਨੇ, ਜੋ ਸਾਨੂੰ ਸੱਚ ਦਾ ਰਾਹ ਦਿਖਾਉਂਦੇ ਨੇ। ਪਰ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜਦੋਂ ਪ੍ਰਾਪਤੀ ਹੋਣੀ ਹੈ ਸਾਨੂੰ ਆਪਣੇ ਅੰਦਰੋਂ ਹੀ ਹੋਣੀ ਹੈ। ਰਵਿਦਾਸ ਮਨੁੱਖ ਜਨਮ ਮੈਂ ਹੋ ਚਿੰਤਿਓ ਗੁਰੂ ਏਕ, ਆਦ ਅੰਤ ਜਾਂ ਸਤਿਗੁਰੂ ਰਾਖੈ ਸਭਨ ਕੀ ਟੇਕ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਮੈਂ ਮਨੁੱਖ ਜਨਮ ਦੇ ਵਿੱਚ ਇੱਕ ਪ੍ਰਭੂ, ਇੱਕ ਗੁਰੂ ਦਾ ਹੀ ਸਿਮਰਨ ਕਰਦਾ ਹਾਂ। ਸ੍ਰਿਸ਼ਟੀ ਦੇ ਆਦ ਤੋਂ ਲੈ ਕੇ ਅੰਤ ਤੱਕ ਹਮੇਸ਼ਾ ਰਹਿਣ ਵਾਲਾ ਪ੍ਰਭੂ ਹੀ ਮੇਰਾ ਸਤਿਗੁਰੂ ਹੈ, ਅਤੇ ਉਹ ਸਭ ਦੀ ਰੱਖਿਆ ਕਰਨ ਵਾਲਾ ਹੈ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ। ਸਾਧ ਸੰਗਤ ਜੀ ਅੱਜ ਦੇ ਪਾਵਨ ਤੇ ਪਵਿੱਤਰ ਸ਼ਲੋਕਾਂ ਦੇ ਵਿੱਚ
ਸਾਨੂੰ ਇਹੀ ਸਮਝਾ ਰਹੇ ਨੇ ਕਿ ਭਾਈ ਉਹ ਸਾਰੀ ਦੁਨੀਆ ਦਾ ਮਾਲਕ ਸਾਡੇ ਅੰਦਰ ਬੈਠਾ ਹੈ। ਤੇ ਸਾਧ ਸੰਗਤ ਜੀ, ਸਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ। ਜਦੋਂ ਵੀ ਸਾਨੂੰ ਸੱਚ ਦੀ ਪ੍ਰਾਪਤੀ ਹੋਣੀ ਹੈ, ਸਾਨੂੰ ਆਪਣੇ ਅੰਦਰੋਂ ਹੀ ਹੋਣੀ ਹੈ, ਪਰ ਮਾਰਗ ਸਾਡਾ ਸੱਤ ਦਾ ਹੋਵੇ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਸੱਚ ਦੇ ਮਾਰਗ ਤੇ ਅਸੀਂ ਚੱਲਣਾ ਆ। ਜੀਬਾ ਸੋ ਓੰਕਾਰ ਜਪਤਨ ਸੋ ਕਰਕਾਰ, ਰਾਮ ਮਿਲੇ ਘਰਾਏ ਕਰ ਕਹਿ ਰਵਿਦਾਸ ਵਿਚਾਰ। ਬਸ ਇੰਨਾ ਕੁ ਕੰਮ ਅਸੀਂ ਕਰਨਾ ਸਾਧ ਸੰਗਤ ਜੀ। ਹੱਥਾਂ ਦੇ ਨਾਲ ਅਸੀਂ ਕਿਰਤ ਕਮਾਈਆਂ ਕਰਨੀਆਂ ਨੇ, ਇਮਾਨਦਾਰੀ ਦੀ ਰੋਟੀ ਕਮਾਣੀ, ਤੇ ਜੀਬਾ ਦੇ ਨਾਲ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰਨਾ ਆ। ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇਗਾ। ਸੋ ਸਾਧ ਸੰਗਤ ਜੀ, ਇੰਨੀਆਂ ਕੁ ਬੇਨਤੀਆਂ ਅੱਜ ਦੀਆਂ ਪ੍ਰਵਾਨ ਕਰਨਾ। ਹੋਈਆਂ ਭੁੱਲਾਂ ਚੁੱਕਾਂ ਦੀਆਂ ਸ਼ਮਾ, ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ। ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਸ਼ਲੋਕ ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ। ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ। ਜਪੋ ਜੀ ਸਤਨਾਮ ਸਤਨਾਮ ਸੋਹੰ ਸਤਨਾਮ। ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ ਧੰਨ ਗੁਰਦੇਵ। ਸਤਨਾਮ 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 ਸੋਹੰ ਸਤਨਾਮ।